ਹੈਲੋ ਬੇਟਾ, ਸਤਿ ਸ਼੍ਰੀ ਅਕਾਲ। ਅੱਜ ਆਪਾਂ ਨੇ ਤੁਹਾਡਾ 6ਵੇਂ ਚੈਪਟਰ ਦਾ ਜਿਹੜਾ ਟੌਪਿਕ ਹੈਗਾ ਵਨ ਜੀਨ ਵਨ ਐਂਜ਼ਾਈਮ, ਉਹ ਕਰਨਾ ਹੈਗਾ। ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਦੇਖਦੇ ਹਾਂ ਵੀ ਵਨ ਜੀਨ ਅਸੀਂ ਦੇਖ ਰਹੇ DNA ਦੀ ਸਟਰਕਚਰ ਜਿਹੜੀ ਹੈਗੀ ਹੈ ਉਹ ਕਿਹੋ ਜਿਹੀ ਹੈ। ਉਹ ਕੁਝ ਸੈਗਮੈਂਟਸ ਦੇ ਵਿੱਚ ਵੰਡੀ ਹੋਈ ਹੈ। ਜਿਨ੍ਹਾਂ ਨੇ ਸੈਗਮੈਂਟਸ ਨੇ ਆਪਣੇ ਆਪਣੇ ਕੰਮ ਕਰਨੇ ਨੇ, ਉਹਨਾਂ ਨੂੰ ਅਸੀਂ ਜੀਨ ਕਹਿੰਦੇ ਹਾਂ। ਵੀ ਕੋਈ ਇੱਕ ਸੈਗਮੈਂਟ ਇੱਕ ਕੰਮ ਨੂੰ ਸਿਰੇ ਲਾਉਂਦਾ ਤਾਂ ਉਹਨੂੰ ਜੀਨ ਕਿਹਾ ਜਾਂਦਾ। ਤਾਂ ਵੱਖੋ ਵੱਖਰੇ ਕੰਮ ਕਰਨ ਵਾਸਤੇ ਵੱਖੋ ਵੱਖਰੇ ਪ੍ਰੋਟੀਨਸ ਜਿਹੜੇ ਹੈਗੇ ਨੇ ਉਹ ਬਣਦੇ ਨੇ ਸਾਡੀ ਬਾਡੀ ਦੇ ਅੰਦਰ, ਅਤੇ ਉਹ ਜੀਨਸ ਰਾਹੀਂ ਹੀ ਬਣਾਏ ਜਾਂਦੇ ਨੇ। ਤਾਂ ਇੱਥੇ ਇਹਨਾਂ ਨੂੰ ਸਿੱਧ ਕਰਨ ਵਾਸਤੇ, ਇਹਨੂੰ ਪ੍ਰੂਵ ਕਰਨ ਵਾਸਤੇ ਐਕਸਪੈਰੀਮੈਂਟ ਜਿਹੜਾ ਹੈਗਾ ਉਹ ਕੀਤੇ ਗਏ। ਬੀਡਲ ਐਂਡ ਟੈਟਮ ਨੇ ਸਭ ਤੋਂ ਪਹਿਲਾਂ ਐਕਸਪੈਰੀਮੈਂਟ ਕੀਤਾ ਸੀ ਔਨ ਨਿਊਰੋਸਪੋਰਾ ਕਰਾਸਾ। ਹੁਣ ਨਿਊਰੋਸਪੋਰਾ ਕਰਾਸਾ ਕੀ ਹੈ? ਇੱਕ ਫੰਗਸ ਹੈਗੀ ਹੈ, ਉੱਲੀਆਂ ਨੇਗੀਆਂ। ਇਹ ਉੱਲੀ ਔਰੇਂਜ ਕਲਰ ਦੀ ਹੈ, ਜਿਵੇਂ ਆਪਣੇ ਬ੍ਰੈਡ ਮੋਲਡ ਹੁੰਦੀ ਹੈ ਰਾਈਜ਼ੋਬਸ, ਉਹਦਾ ਤੁਸੀਂ ਦੇਖ ਲੈਂਦੇ ਹੋ। ਸੋ ਇਹ ਜਿਹੜੀ ਹੈ ਔਰੇਂਜ ਕਲਰ ਦੀ, ਅਤੇ ਇਹਦੇ ਵਿੱਚ ਦੋ ਤਰ੍ਹਾਂ ਦੀ ਰੀਪਰੋਡਕਸ਼ਨ ਹੁੰਦੀ ਹੈ। ਇੱਕ ਏਸੈਕਸ਼ੂਅਲ ਸਪੋਰਸ ਰਾਹੀਂ, ਅਤੇ ਦੂਜੀ ਸੈਕਸ਼ੂਅਲ ਐਸਕਸ ਥਰੂ ਐਸਕਸ। ਤੁਸੀਂ ਪੜ੍ਹੀ ਹੈ ਪਿਛਲੇ ਸਾਲ। ਸੋ ਇਸ ਨੂੰ ਉਹਨੇ ਲੈਬ ਦੇ ਵਿੱਚ ਵਰਤਿਆ ਅਤੇ ਐਕਸਰੇਜ਼ ਕਿਰਨਾਂ ਰੇਡੀਏਟ ਕੀਤੀਆਂ ਉਹਦੇ ਉੱਤੇ, ਅਤੇ ਜਿਹਦੇ ਕਾਰਨ ਮਿਊਟੇਸ਼ਨਸ ਆ ਗਈਆਂ। ਇਹ ਵੀ ਅਸੀਂ ਪੜ੍ਹਿਆ ਵੀ ਜਦੋਂ ਹਾਈ ਐਨਰਜੀ ਜਿਹੜੀਆਂ ਰੇਜ਼ ਹੁੰਦੀਆਂ ਨੇ, ਜੇ ਉਹ ਲੰਘ ਜਾਣ ਤਾਂ ਮਿਊਟੇਸ਼ਨਸ ਆ ਜਾਂਦੀਆਂ ਨੇ। DNA ਜਿਹੜਾ ਉਹ ਚੇਂਜ ਹੋ ਜਾਂਦਾ। ਤਾਂ ਹੁਣ ਇੱਥੇ ਜਿਹੜੀਆਂ ਮਿਊਟੇਸ਼ਨਸ ਆਈਆਂ ਉਹ ਨਿਊਟ੍ਰੀਸ਼ਨਲ ਜੀਨਸ ਦੇ ਵਿੱਚ ਆਈਆਂ। ਨਿਊਟ੍ਰੀਸ਼ਨਲ ਮਿਊਟੈਂਟਸ ਬਣ ਗਏ ਵੱਖੋ ਵੱਖਰੇ, ਅਤੇ ਉਹਨਾਂ ਨੂੰ ਕਿਹਾ ਆਕਸੋਟ੍ਰੋਪਸ। ਆਕਸੋਟ੍ਰੋਪਸ ਦਾ ਮਤਲਬ ਕੀ ਹੈ ਵੀ ਜਿਹੜੇ ਆਪਣਾ ਜਿਹੜਾ ਨਿਊਟ੍ਰੀਸ਼ਨ ਹੈ, ਆਪਣੇ ਜਿਹੜੇ ਮੈਟਾਬੋਲਾਈਟਸ ਹੈਗੇ ਨੇ, ਮੈਟਾਬੋਲਾਈਟਸ ਮੀਨਸ ਜਿਹੜੇ ਮੈਟਾਬੋਲਿਜ਼ਮ ਨੂੰ ਚਲਾਉਂਦੇ ਨੇ। ਮੈਟਾਬੋਲਿਜ਼ਮ ਮੀਨਸ ਢਾਹ ਉਸਾਰੂ ਕਿਰਿਆਵਾਂ। ਸਾਡੀ ਬਾਡੀ ਦੇ ਅੰਦਰ ਜਿਹੜੀਆਂ ਢਾਹ ਉਸਾਰੂ ਕਿਰਿਆਵਾਂ ਨੂੰ ਚਲਾਉਂਦੇ ਨੇ ਮੈਟਾਬੋਲਾਈਟਸ, ਉਹ ਇਹਨਾਂ ਤੋਂ ਨਹੀਂ ਤਿਆਰ ਹੁੰਦੇ। ਹੁਣ ਉਹਦੇ ਲਈ ਇਹਨਾਂ ਨੇ 4 ਐਕਸਪੈਰੀਮੈਂਟਸ ਸੀ ਜਿਹੜੇ ਉਹ ਕੀਤੇ, ਅਤੇ ਉਹਨਾਂ ਨੂੰ 4 ਕਲਾਸਾਂ ਦੇ ਵਿੱਚ ਵੰਡ ਲਿਆ। ਪਹਿਲੀ ਕਲਾਸ ਮਿਊਟੈਂਟਸ ਵਿਦ ਡਿਫੈਕਟਿਵ ਜੀਨ A, second class mutants with defective gene B, and third class mutant defective gene C, ਤੇ ਇੱਕ ਹੈਗੀ ਹੈ ਚੌਥੀ ਵਾਈਲਡ ਟਾਈਪ। ਵਾਈਲਡ ਟਾਈਪ ਅਸੀਂ ਕਿਹਨੂੰ ਕਹਿੰਦੇ ਹਾਂ? ਕੁਦਰਤ ਦੇ ਵਿੱਚ ਜਿਹੜਾ ਕੁਦਰਤੀ ਤੌਰ 'ਤੇ ਉਸ ਵਾਤਾਵਰਨ ਦੇ ਉਸ ਹਾਲਾਤਾਂ ਦੇ ਅਨੁਕੂਲ ਹੈ, ਜਿਹੜਾ ਬਿਲਕੁਲ ਸਹੀ ਹੈ, ਠੀਕ ਹੈ, ਜਿਹਨੂੰ ਜੇ ਉੱਥੇ ਦੀਆਂ ਲੋੜਾਂ ਨੇ ਜਿਹੜੀਆਂ ਪੂਰੀਆਂ ਹੋ ਜਾਣ ਤਾਂ ਉਹ ਚੰਗਾ ਫਲੋਰਿਸ਼ ਹੋ ਸਕਦਾ। ਮਤਲਬ ਉਹਨੂੰ ਖੁਰਾਕ ਦੀ ਲੋੜ ਹੈ, ਉਹਦੇ ਅੰਦਰ ਕੋਈ ਡਿਫੈਕਟ ਨਹੀਂ ਹੈ। ਸੋ ਉਹਨੂੰ ਅਸੀਂ ਵਾਈਲਡ ਟਾਈਪ ਕਹਿੰਦੇ ਹਾਂ। ਵਾਈਲਡ ਟਾਈਪ ਤੁਸੀਂ ਪੜ੍ਹੇ ਹੋਏ ਹੋਣਗੇ, ਬਹੁਤ ਵਾਰੀ ਆਉਂਦੇ ਨੇ ਵਾਈਲਡ ਟਾਈਪ। ਵਾਈਲਡ ਟਾਈਪ ਉੱਥੇ ਦੀਆਂ ਓਰੀਜਨਲ ਫਾਰਮਸ ਹੁੰਦੀਆਂ ਨੇ, ਜਿਹੜੀਆਂ ਉੱਥੇ ਦੇ ਆਲੇ ਦੁਆਲੇ ਨੂੰ ਅਡੈਪਟਡ ਹੁੰਦੀਆਂ। ਹੁਣ ਇਹਨਾਂ ਦੇ ਵਿੱਚ ਕੀ ਹੈ ਵੀ ਇਹ ਆਪਣੇ ਆਪ ਜਿਉ ਨਹੀਂ ਸਕਦੇ, ਅੱਗੇ ਰੀਪਰੋਡਿਊਸ ਨਹੀਂ ਕਰ ਸਕਦੇ, ਵਾਧਾ ਨਹੀਂ ਕਰ ਸਕਦੇ, ਜਿੰਨੀ ਦੇਰ ਤੱਕ ਇਹਨਾਂ ਨੂੰ ਜਿਹੜੀ ਇਹਨਾਂ 'ਚ ਕਮੀ ਹੈ, ਕੋਈ ਉਹ ਕਮੀ ਹੈ ਜਿਹੜੀ ਅਮੀਨੋ ਐਸਿਡਸ ਦੀ ਹੈ। ਜੇ ਉਹ ਅਮੀਨੋ ਐਸਿਡ ਅਸੀਂ ਇਹਨਾਂ ਨੂੰ ਦੇ ਦਿੰਦੇ ਹਾਂ ਤਾਂ ਇਹ ਫਲੋਰਿਸ਼ ਕਰਦੇ ਨੇ, ਜਿਉਂਦੇ ਰਹਿੰਦੇ ਨੇ। ਹੁਣ ਇੱਥੇ ਅਸੀਂ ਦੇਖਦੇ ਹਾਂ ਜਿਹੜੇ ਬੇਸਿਕ ਕੰਟੈਂਟਸ ਹੈਗੇ ਨੇ ਵਾਈਲਡ ਟਾਈਪ ਨੂੰ, ਜੇ ਅਸੀਂ ਮਿਨੀਮਲ ਜਿਹੜੇ ਹੈਗੇ ਨੇ ਨਿਊਟਰੀਐਂਟਸ ਦੇ ਦਈਏ, ਮੀਡੀਅਮ ਦੇ ਵਿੱਚ ਪਾ ਦਈਏ। ਵਾਈਲਡ ਟਾਈਪ ਮੀਨਸ ਜੀਨ ਸਾਰੇ ਠੀਕ ਕੰਮ ਕਰਦੇ ਨੇ, ਨਿਊਟ੍ਰੀਸ਼ਨ ਜੇ ਉਹਨੂੰ ਘੱਟੋ ਘੱਟ ਜਿੰਨਾ ਚਾਹੀਦੀ ਹੈ ਖੁਰਾਕ ਓਨੀ ਤਾਂ ਦਈਏ ਉਹਨੂੰ ਜਿਉਂਦੇ ਰਹਿਣ ਵਾਸਤੇ। ਸੋ ਉਹ ਮਿਨੀਮਲ ਮੀਡੀਅਮ ਹੁੰਦਾ। ਤਾਂ ਉਹ ਜਦੋਂ ਉਹਨੂੰ ਸਪਲਾਈ ਕੀਤਾ, ਅਮੋਨੀਅਮ ਜਿਹੜਾ ਹੈਗਾ, ਅਮੋਨੀਆ, ਸ਼ੂਗਰ, ਸਾਲਟ ਅਤੇ ਕੁਝ ਬਾਇਓਟਿਨਸ ਜਿਹੜੇ ਹੈਗੇ ਨੇ ਉਹ ਮਿਕਸ ਕਰਕੇ ਸਜੀਵਾਂ ਤੋਂ ਕੁਝ ਮਾਦਾ ਪ੍ਰਾਪਤ ਕਰਕੇ ਉਹਨੂੰ ਬਾਇਓਟਿਨ ਕਿਹਾ ਗਿਆ। ਸੋ ਉਹਨਾਂ ਨੂੰ ਮਿਕਸ ਕਰਕੇ ਜਦੋਂ ਉਹਨਾਂ ਨੇ ਪਾਇਆ ਤਾਂ ਉਹਨਾਂ ਨੇ ਦੇਖਿਆ ਵੀ ਜਿਹੜੇ 4 ਟਾਈਪ ਦੇ ਸੀਗੇ ਉਹਨਾਂ ਦੇ ਵਿੱਚੋਂ ਵਾਈਲਡ ਟਾਈਪ ਨੂੰ ਸਿਰਫ ਇਹੀ ਜਿਹੜੇ ਸੀਗੇ ਪ੍ਰੋਟੋਬਾਇਓਨਸ ਜਿਹੜੇ ਸੀਗੇ, ਪ੍ਰੀਕਰਸਰ ਕਹਿ ਲਓ ਇਹਨਾਂ ਨੂੰ, ਇਹ ਪਾਏ ਗਏ। ਅਤੇ ਇਹਨਾਂ ਦੇ ਪਾਉਣ ਦੇ ਨਾਲ ਕੀ ਹੋਇਆ? ਪ੍ਰੀਕਰਸਰ ਮੀਨਸ ਸਭ ਤੋਂ ਪਹਿਲਾਂ ਕੀ ਚਾਹੀਦਾ ਉਹਨਾਂ ਨੂੰ?
जिन्हां तो अगे जिहड़े हैगे ने मैटाबोलाइट्स बनने ने। सो सबस्ट्रेट कह लो, प्रीकरसर कह लो, जिहदे तो अगले मॉलिक्यूल्स बनने हैगे ने। सो वो इहदे विच पाए गए तां एंजाइम ए, जिहड़ा एंजाइम ए हैगा वो ऑर्निथिन नाम दा अमीनो एसिड बनाओ। उस तो बाद ऑर्निथिन ते उत्ते काम करना है एंजाइम बी ने। एंजाइम बी जिहड़ा हैगा नैक्सट स्टेज ते सिट्रुलिन बनाउंदा है। सिट्रुलिन तो कन्वर्ट एंजाइम सी करदा जिहड़ा कि आर्जिनाइन बनाउंदा। आर्जिनाइन जिहदे च बन गया तां उहदी प्रोसैस जिहड़ी हैगी है कंप्लीट हो गई, ਉਹਨੂੰ पूरा न्यूट्रिशन है जिहड़ा अवेलेबल हो गया ਤੇ ਉਹ पूरा ਉਹਦੀ ਡਿਵੈਲਪਮੈਂਟ ਜਿਹੜੀ ਹੈਗੀ ਹੈ ਉਹ ਪੂਰੀ ਹੋ ਰਹੀ ਹੈ। ਤਾਂ ਹੁਣ ਨੈਕਸਟ ਜਦੋਂ ਅਸੀਂ ਦੇਖਦੇ ਹਾਂ ਇਹ ਐਕਸਪੈਰੀਮੈਂਟ ਕੀਤੇ ਹੈਗੇ ਨੇ 4 ਕਲਾਸਾਂ ਦੇ ਵਿੱਚ ਉਹਨਾਂ ਨੇ ਵੰਡ ਲਿਆ ਤੇ 4 ਜਿਹੜੇ ਹੈਗੇ ਨੇ ਕਲਚਰ ਮੀਡੀਅਮ ਤਿਆਰ ਕਰ ਲਏ। ਤਾਂ ਇਹਨਾਂ ਦੇ ਵਿੱਚ ਡਿਫਰੈਂਟ ਡਿਮਾਂਡ ਸੀਗੀਆਂ ਹਰੇਕ ਦੀ। ਵਾਈਲਡ ਟਾਈਪ ਦੇ ਵਿੱਚ ਮਿਨੀਮਮ ਮੀਡੀਅਮ ਐਡ ਕੀਤਾ ਗਿਆ। ਮਿਨੀਮਮ ਮੀਡੀਅਮ ਜਿਵੇਂ ਆਪਾਂ ਪਹਿਲਾਂ ਗੱਲ ਕਰ ਲਈ ਕਿ ਅਮੋਨੀਆ, ਸ਼ੂਗਰ, ਸੌਲਟਸ ਤੇ ਬਾਇਓਟਿਨ, ਇਹ 4 ਚੀਜ਼ਾਂ ਜਿਹੜੀਆਂ ਸੀਗੀਆਂ ਮਿਨੀਮਮ ਰਿਕੁਆਇਰਮੈਂਟ ਦੇ ਵਿੱਚ ਜਦੋਂ ਦਿੱਤੀਆਂ ਗਈਆਂ ਤਾਂ ਉਹਦੀ ਜਿਹੜੀ ਹੈਗੀ ਆ ਚੰਗੀ ਗਰੋਥ ਉਹਨੇ ਸ਼ੋ ਕੀਤੀ। ਫਿਰ ਦੂਸਰੇ ਦੇ ਵਿੱਚ ਜਦੋਂ ਔਰਨਿਥਿਨ ਮਿਲਾਇਆ ਗਿਆ ਤਾਂ ਉਹਦੇ ਨਾਲ ਜਿਹੜਾ ਹੈਗਾ ਜੀਨ ਏ, ਜਿਹਦੇ ਵਿੱਚ ਡਿਫੈਕਟਿਵ ਜੀਨ ਏ ਸੀਗਾ, ਉਹ ਔਰਨਿਥਿਨ ਨਹੀਂ ਬਣਾ ਰਿਹਾ ਸੀ। ਇੱਥੇ ਅਸੀਂ ਦੇਖਿਆ ਵੀ ਜੀਨ ਜਿਹੜਾ ਹੈ ਏ ਉਹ ਐਂਜ਼ਾਈਮ ਏ ਬਣਾ ਰਿਹਾ। ਐਂਜ਼ਾਈਮ ਏ ਔਰਨਿਥਿਨ ਪਹਿਲਾ ਸਟੈਪ ਹੈਗਾ। ਸੋ ਔਰਨਿਥਿਨ ਨਹੀਂ ਬਣ ਰਿਹਾ ਸੀ, ਇਸ ਕਰਕੇ ਉਹਨਾਂ ਨੇ ਔਰਨਿਥਿਨ ਬਣਿਆ ਬਣਾਇਆ ਰੈਡੀਮੇਡ ਜਦੋਂ ਬਾਹਰੋਂ ਪਾਤਾ ਤਾਂ ਉਹਦੇ ਨਾਲ ਇਹ ਨਿਊਰੋਸਪੋਰਾ ਜਿਹੜਾ ਹੈਗਾ ਉਹ ਗਰੋ ਕਰ ਗਿਆ। ਦੈਨ ਸੈਕਿੰਡ, ਫਸਟ ਵਾਈਲਡ ਟਾਈਪ ਸੀ, ਸੈਕਿੰਡ ਸੀਗੀ ਐਕਸਪੈਰੀਮੈਂਟ ਸੈਕਿੰਡ ਔਰਨਿਥਿਨ ਪਾਤਾ। ਥਰਡ ਦੇ ਕੰਡੀਸ਼ਨ ਦੇ ਵਿੱਚ ਸਿਟਰੁਲਿਨ ਪਾਇਆ। ਸਿਟਰੁਲਿਨ ਸੈਕਿੰਡ ਐਂਜ਼ਾਈਮ ਹੈਗਾ, ਐਂਜ਼ਾਈਮ ਬੀ। ਤਾਂ ਐਂਜ਼ਾਈਮ ਬੀ ਜਦੋਂ ਉਹਨੂੰ ਦੇਤਾ ਤਾਂ ਉਹ ਫਲੋਰਿਸ਼ ਕਰ ਗਿਆ ਕਿਉਂਕਿ ਉਹਦੇ ਨਾਲ ਆਰਜੀਨਾਈਨ ਬਣ ਗਿਆ। ਜਦੋਂ ਉਹਨਾਂ ਨੇ ਸਿਟਰੁਲਿਨ ਜਿਹੜਾ ਹੈਗਾ ਉਹਦੇ ਵਿੱਚ ਪਾਇਆ ਤਾਂ ਉਹਦੇ ਨਾਲ ਲਾਸਟ ਸਟੇਟ ਆਰਜੀਨਾਈਨ ਉਹ ਬਣ ਗਈ ਤੇ ਪ੍ਰੋਟੀਨ ਦੇ ਸਿੰਥੇਸਿਸ ਹੋ ਗਿਆ। ਪ੍ਰੋਟੀਨ, ਤੁਹਾਡੀ ਬਾਡੀ ਵੀ ਪ੍ਰੋਟੀਨਸ ਦੀ ਬਣੀ ਹੈ। ਸਾਡੇ ਅੰਦਰ ਸਾਰਾ ਕੰਮ ਨੇ ਜਿਹੜੇ ਪ੍ਰੋਟੀਨਸ ਕਰਦੇ ਹੈਗੇ। ਸੋ ਇਹ ਖਾਸ ਤਰ੍ਹਾਂ ਦਾ ਪ੍ਰੋਟੀਨ ਹੈ ਜਿਹੜਾ ਉਹਨੂੰ ਗਰੋ ਕਰਦਾ ਹੈ, ਜਿਹਦੇ ਕਾਰਨ ਉਹ ਜਿਉਂਦਾ ਹੈ। ਸੋ ਜੇ ਨਹੀਂ ਹੁੰਦਾ ਤਾਂ ਉਹ ਪ੍ਰੋਟੀਨ ਦੀ ਡੈਫੀਸ਼ੀਐਂਸੀ ਕਰਕੇ ਮਰ ਜਾਂਦੇ। ਨਿਊਰੋਸਪੋਰਾ ਜਿਹੜਾ ਹੈਗਾ ਇਟ ਵਿਲ ਡਾਈ। ਤਾਂ ਥਰਡ ਜਿਹੜੀ ਕੰਡੀਸ਼ਨ ਹੈਗੀ ਹੈ ਦੇਖੋ ਇਹਦੇ 'ਚ ਹੈ ਜੀਨ ਸੀ ਡਿਫੈਕਟਿਵ ਜੀਨ ਸੀ ਜਿਹਦੇ 'ਚ ਸੀਗਾ ਉਹਨੇ ਦੇਖੋ ਆਰਜੀਨਾਈਨ ਨਹੀਂ ਬਣਾਇਆ। ਉਹਦੇ ਕੋਲੇ ਉਹਨਾਂ ਨੇ ਦੇਖਿਆ ਵੀ ਜਿਹੜੀਆਂ 2 ਸਟੇਜਸ ਹੈਗੀਆਂ ਨੇ, ਔਰਨਿਥਿਨ ਹੈਗਾ, ਸਿਟਰੁਲਿਨ ਹੈ ਤੇ ਲਾਸਟ ਸਟੇਜ ਜਿਹੜੀ ਹੈਗੀ ਆ ਆਰਜੀਨਾਈਨ ਅਮੀਨੋ ਐਸਿਡ ਹੈ ਅਖੀਰਲਾ, ਉਹ ਨਹੀਂ ਬਣਿਆ। ਜੇ ਆਰਜੀਨਾਈਨ ਨਹੀਂ ਬਣਦਾ ਤਾਂ ਅੱਗੇ ਪ੍ਰੋਟੀਨ ਨਹੀਂ ਬਣਦਾ। ਸੋ ਇਸ ਕਰਕੇ ਉਹਦੀ ਗਰੋਥ ਹੈ ਜਿਹੜੀ ਉਹ ਰੁਕ ਜਾਂਦੀ ਹੈ ਜਾਂ ਉਹ ਮਰ ਜਾਂਦਾ ਉਸ ਤੋਂ ਬਾਅਦ। ਪਰ ਇੱਥੇ ਜਦੋਂ ਉਹਨੂੰ ਆਰਜੀਨਾਈਨ ਪ੍ਰੋਵਾਈਡ ਕੀਤਾ ਗਿਆ ਮੀਡੀਅਮ ਦੇ ਵਿੱਚ ਤਾਂ ਉਹ ਚੰਗਾ ਫਲੋਰਿਸ਼ ਹੋਇਆ। ਤਾਂ ਹੁਣ ਇੱਥੋਂ ਦੇਖੋ ਵੀ ਇਹ ਜਿਹੜਾ ਐਕਸਪੈਰੀਮੈਂਟ ਹੈਗਾ 1948 ਦੇ ਵਿੱਚ ਕਿਹਨੇ ਕੀਤਾ? ਬੀਟਲ ਐਂਡ ਟੈਟਮ। ਬੀਟਲ ਐਂਡ ਟੈਟਮ ਨੇ ਨਿਊਰੋਸਪੋਰਾ ਕਰਾਸਾ ਐਕਸਪੈਰੀਮੈਂਟਲ ਮਟੀਰੀਅਲ ਲਿਆ, ਉਹਦੇ ਵਿੱਚ ਦੀ ਐਕਸ-ਰੇਜ਼ ਲਗਾਈਆਂ, ਉਹਨਾਂ ਨੂੰ ਨਿਊਟ੍ਰੀਸ਼ਨਲੀ ਮਿਊਟੈਂਟ ਕਰਤਾ, ਜਿਹਦੇ ਕਾਰਨ ਉਹਨਾਂ ਦੇ ਵੱਖਰੇ ਸਟੈਪ ਦੇ ਉੱਤੇ ਵੱਖਰੇ ਜੀਨਸ ਦੀ ਡੈਫੀਸ਼ੀਐਂਸੀ ਹੋ ਗਈ। ਤਾਂ ਅਲੱਗ-ਅਲੱਗ ਜੀਨ ਦੀ ਜਦੋਂ ਡੈਫੀਸ਼ੀਐਂਸੀ ਹੋ ਜਾਂਦੀ ਹੈ, ਘਾਟ ਹੋ ਜਾਂਦੀ ਹੈ, ਤਾਂ ਡਿਫਰੈਂਟ ਕਲਚਰਸ ਗਰੋ ਕਰਕੇ ਉਹਨਾਂ ਨੇ ਦੇਖਿਆ ਉਹਨਾਂ ਦੇ ਵਿੱਚ ਜਦੋਂ ਉਹਨਾਂ ਨੇ ਡਿਫਰੈਂਟਲੀ ਅਲੱਗ-ਅਲੱਗ ਅਮੀਨੋ ਐਸਿਡ ਸੀ ਜਿਹੜੇ ਉਹ ਸਪਲਾਈ ਕੀਤੇ ਤਾਂ ਉਹਦੇ ਨਾਲ ਉਹਨਾਂ ਦੀ ਗਰੋਥ ਹੈ ਜਿਹੜੀ ਉਹ ਹੋ ਗਈ। ਤਾਂ ਹੁਣ ਇੱਥੇ ਉਹਨਾਂ ਨੇ ਰਿਜ਼ਲਟ ਕੀ ਕੱਢਿਆ? ਉਹ ਰਿਜ਼ਲਟ ਕੱਢਦੇ ਨੇ ਵੀ ਜਿਹੜਾ ਐਂਜ਼ਾਈਮ ਏ ਹੈਗਾ ਇਟ ਇਜ਼ ਕੰਟਰੋਲਡ ਬਾय ਜੀਨ ਏ। ਨਾਂ ਦੇਤਾ ਵੀ ਇੱਕ ਐਂਜ਼ਾਈਮ ਹੈ ਜਿਹੜਾ ਇਹਨੂੰ ਜੀਨ ਏ ਕੰਟਰੋਲ ਕਰਦਾ। ਜਿਹੜਾ ਜੀਨ ਆ ਉਹ ਕੀ ਹੈ? ਡੀਐਨਏ ਦਾ ਪਾਰਟ ਹੈ, ਸੈਗਮੈਂਟ ਹੈਗਾ। ਸੋ ਡੀਐਨਏ ਦਾ ਕੋਈ ਹਿੱਸਾ
ਜਿਹਦਾ ਜਿਹੜਾ ਕਿ ਕੰਟਰੋਲ ਕਰਦਾ ਜੀਨ ਏ ਨੂੰ, ਉਹਦੇ ਵਿੱਚ ਜੇ ਡਿਫੈਕਟ ਆ ਗਿਆ ਤਾਂ ਉਹ ਜਿਹੜਾ ਹੈਗਾ ਉਹਦਾ ਰਿਜ਼ਲਟ ਹੈ ਜਿਹੜਾ ਉਹ ਆਰਨਿਥਿਨ ਨਹੀਂ ਬਣਿਆ। ਆਰਨਿਥਿਨ ਜਦੋਂ ਨਹੀਂ ਬਣਿਆ ਤਾਂ ਉਹਦੀ ਗਰੋਥ ਹੈ ਜਿਹੜੀ ਪ੍ਰੋਟੀਨ ਹੈ ਜਿਹੜਾ ਵਿੱਚ ਵਿਚਾਲੇ ਹੀ ਰੁਕ ਗਿਆ, ਨਹੀਂ ਬਣਿਆ, ਉਹਦੇ ਸਟੈਪਸ ਨੇ ਜਿਹੜਾ ਪੂਰੇ ਨਹੀਂ ਹੋਏ, ਕਿਉਂਕਿ ਐਂਜ਼ਾਈਮ ਏ ਨੇ ਆਰਨਿਥਿਨ ਬਣਾਉਣਾ ਸੀ, ਐਂਜ਼ਾਈਮ ਬੀ ਨੇ ਸਿਟਰੁਲਿਨ ਬਣਾਉਣਾ ਸੀ ਤੇ ਐਂਜ਼ਾਈਮ ਸੀ ਨੇ ਆਰਜੀਨਾਈਨ ਬਣਾਉਣਾ ਸੀ, ਤਾਂ ਕਿਤੇ ਜਾ ਕੇ ਪ੍ਰੋਟੀਨਸ ਬਣਨੇ ਸੀ। ਸੋ ਇੱਥੇ ਜੇ ਹੁਣ ਉਹਨਾਂ ਨੇ ਕਿਹਾ ਵੀ ਜੇ ਜੀਨ ਬੀ ਹੈ ਜਿਹੜਾ ਉਹ ਕੰਟਰੋਲ ਕਰਦਾ, ਇਟ ਮੀਨਸ ਸਿਟਰੁਲਿਨ ਦੇ ਸਿੰਥੇਸਿਸ, ਤੇ ਜਿਹੜਾ ਜੀਨ ਸੀ ਹੈਗਾ ਇਟ ਕੰਟਰੋਲਸ the last amino acid ਦਾ ਜਿਹੜਾ ਮੈਨੂਫੈਕਚਰਿੰਗ ਹੈਗੀ ਹੈ, that is arginine। ਸੋ ਇਹ ਸਾਰੇ ਸਟੈਪ ਵਾਈਜ਼ ਜੇ ਕੰਪਲੀਟ ਹੁੰਦੀ ਹੈ ਪ੍ਰੋਸੈਸ, only then the proteins, growth proteins they are formed। ਸੋ ਨਿਊਰੋਸਪੋਰਾ ਤਾਂ ਹੀ ਜਿਉਂਦਾ ਰਹਿ ਸਕਦਾ ਹੈ ਜੇ ਸਾਰੇ ਦੇ ਸਾਰੇ ਜਿਹੜੇ ਜੀਨਸ ਹੈਗੇ ਨੇ ਉਹ ਚੰਗੀ ਕੰਮ ਕਰਦੇ ਨੇ, ਵਧੀਆ ਹੈਗੇ ਨੇ, ਪਰ ਜੇ ਉਹਨਾਂ ਦੇ ਵਿੱਚ ਕੋਈ ਨੁਕਸ ਆ ਗਿਆ, ਖਰਾਬੀ ਹੋ ਗਈ, ਤਾਂ ਇਹ ਅਮੀਨੋ ਐਸਿਡ ਨਹੀਂ ਬਣਦੇ ਤੇ ਨਿਊਰੋਸਪੋਰਾ ਜਿਹੜਾ ਹੈਗਾ ਉਹ ਮਰ ਜਾਂਦਾ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮਿਲਿਆ, ਇਹਨਾਂ ਨੇ ਕਿਹਾ ਵੀ ਇੱਕ ਜੀਨ ਹੈ ਜਿਹੜਾ ਉਹ ਕੰਟਰੋਲ ਕਰਦਾ ਹੈ ਇੱਕ ਐਂਜ਼ਾਈਮ ਦੇ ਸਿੰਥੇਸਿਸ, ਵਨ ਜੀਨ ਵਨ ਐਂਜ਼ਾਈਮ ਹਾਈਪੋਥੇਸਿਸ। ਸੋ ਇਹ ਕਿਹਨੇ ਦਿੱਤਾ? ਬੀਡਲ ਐਂਡ ਟੈਟਮ ਨੇ ਨਿਊਰੋਸਪੋਰਾ ਤੇ ਐਕਸਪੈਰੀਮੈਂਟ ਕਰਕੇ ਉਹਨੇ ਦਿਖਾਇਆ, ਆਕਸੋਟਰੋਪਸ ਬਣਾਏ, nutritionally mutants। Then they got Nobel Prize in 1958 for the same। ਹੁਣ ਇਹਦੇ 'ਚ ਕੁਝ ਡਿਫੈਕਟਸ ਹੈ, ਹੁਣ ਉਹਨਾਂ ਨੇ ਡਿਫੈਕਟਸ ਕੀ ਦੱਸੇ ਨੇ? ਜਿਹੜੇ ਡਿਫੈਕਟਸ ਹੈਗੇ ਨੇ that all genes do not produce proteins। ਬਹੁਤ ਸਾਰੇ ਜੀਨਸ ਨੇ ਸਾਡੇ ਡੀਐਨਏ ਕੋਲੇ, ਪਰ ਸਾਰੇ ਦੇ ਸਾਰੇ ਪ੍ਰੋਟੀਨਸ ਜਿਹੜੇ ਹੈਗੇ ਨੇ, ਐਂਜ਼ਾਈਮਸ ਨੇ ਜਿਹੜੇ ਉਹ ਨਹੀਂ ਬਣਾਉਂਦੇ। ਐਂਜ਼ਾਈਮਸ ਜਿਹੜੇ ਹੈਗੇ ਨੇ ਉਹ ਪ੍ਰੋਟੀਨਸ ਤਾਂ ਹੈਗੇ ਨੇ, ਪਰ ਜਿਹੜੇ ਸਾਰੇ ਪ੍ਰੋਟੀਨਸ ਨੇ ਉਹ ਐਂਜ਼ਾਈਮ ਨਹੀਂ ਹੈਗੇ। ਸੋ ਆਲ ਜੀਨਸ ਡੂ ਨਾਟ ਪ੍ਰੋਡਿਊਸ ਐਂਜ਼ਾਈਮਸ। ਸਾਰੇ ਜੀਨਸ ਜਿਹੜੇ ਹੈਗੇ ਨੇ ਉਹ ਐਂਜ਼ਾਈਮਸ ਨਹੀਂ ਬਣਾਉਂਦੇ, ਤੇ ਸਾਰੇ ਐਂਜ਼ਾਈਮਸ ਜਿਹੜੇ ਹੈਗੇ ਨੇ ਪ੍ਰੋਟੀਨਸ ਤੋਂ ਤਾਂ ਬਣਦੇ ਨੇ, ਪਰ ਸਾਰੇ ਪ੍ਰੋਟੀਨਸ ਐਂਜ਼ਾਈਮ ਨਹੀਂ ਹੁੰਦੇ। ਬਹੁਤ ਸਾਰੇ ਪ੍ਰੋਟੀਨਸ ਨੇ ਜਿਹੜੇ ਹੋਰ ਕੰਮ ਵੀ ਕਰਦੇ ਨੇ। ਦੈਨ ਥਰਡ ਜਿਹੜਾ ਹੈਗਾ, ਆ ਜਿਹੜਾ ਫਸਟ ਹੈਗਾ ਬੱਚਿਓ, ਇਹ ਕਲੀਅਰ ਕਰ ਲਓ, all genes they do not produce proteins। ਹੋਰ ਵੀ ਕੰਮ ਜਿਹੜੇ ਇੰਟਰੋਨਸ ਵੀ ਪਏ ਨੇ ਉਹਦੇ ਵਿੱਚ, ਨਾਨ ਫੰਕਸ਼ਨਲ ਵੀ ਪਏ ਨੇ। ਸੋ ਇਸ ਕਰਕੇ ਸਾਰੇ ਜੀਨਸ ਜਿਹੜੇ ਹੈਗੇ ਨੇ ਉਹ ਪ੍ਰੋਟੀਨਸ ਨਹੀਂ ਬਣਾਉਂਦੇ। ਕੁਝ ਜੀਨਸ ਨੇ ਜਿਹੜੇ ਉਹ ਪ੍ਰੋਟੀਨਸ ਬਣਾਉਂਦੇ ਨੇ, ਤੇ ਫਿਰ ਕੁਝ ਪ੍ਰੋਟੀਨਸ ਨੇ ਜਿਹੜੇ ਉਹ ਐਂਜ਼ਾਈਮਸ ਬਣਾਉਂਦੇ ਨੇ। ਸਾਰੇ ਜਿਹੜੇ ਐਂਜ਼ਾਈਮਸ ਨੇ ਉਹ ਪ੍ਰੋਟੀਨਸ ਤੋਂ ਹੀ ਬਣਦੇ ਨੇ, ਪਰ ਉਲਟਾ ਨਹੀਂ ਹੈਗਾ। ਇਹ ਨਹੀਂ ਹੈ ਵੀ ਸਾਰੇ ਪ੍ਰੋਟੀਨਸ ਇਕੱਲੇ ਐਂਜ਼ਾਈਮ ਹੀ ਬਣਾਉਣਗੇ, ਹੋਰ ਵੀ ਬੜੇ ਕੰਮ ਨੇ ਉਹਨਾਂ ਨੂੰ। ਤੇ ਨੈਕਸਟ ਜਿਹੜਾ ਹੈਗਾ ਪੁਆਇੰਟ, ਦੈਟ ਇਜ਼ ਆਰਐਨਏਸ। ਪ੍ਰੋਟੀਨ ਜਿਹੜੇ ਹੈਗੇ ਨੇ ਉਹ ਐਂਜ਼ਾਈਮਸ ਤਾਂ ਹੁੰਦੇ ਹੀ ਨੇ, ਪਰ ਆਰਐਨਏਸ ਵੀ ਕਈ ਵਾਰੀ ਐਂਜ਼ਾਈਮ ਵਾਂਗੂ ਕੰਮ ਕਰਦੇ ਨੇ। ਸੋ ਕੈਟਾਲਿਸਟ ਐਂਜ਼ਾਈਮ ਮੀਨਸ ਬਾਇਓਕੈਟਾਲਿਸਟ ਹੈਗੇ ਨੇ। ਦੈਨ ਐਂਜ਼ਾਈਮ ਕੰਸਿਸਟ ਮੋਰ ਦੈਨ ਵਨ ਪੋਲੀਪੈਪਟਾਈਡ। ਇੱਥੇ ਇਹ ਵੀ ਹੈ ਵੀ ਜਿਹੜਾ ਇੱਕ ਐਂਜ਼ਾਈਮ ਹੈ ਉਹ ਹੋ ਸਕਦਾ ਇੱਕ ਤੋਂ ਵੀ ਜ਼ਿਆਦਾ ਪੋਲੀਪੈਪਟਾਈਡ ਚੇਨਸ ਤੋਂ ਬਣਿਆ ਹੋਵੇ, ਜ਼ਰੂਰੀ ਤਾਂ ਨਹੀਂ ਵੀ ਇੱਕ ਐਂਜ਼ਾਈਮ ਇੱਕੋ ਹੀ ਪੋਲੀਪੈਪਟਾਈਡ ਚੇਨ ਤੋਂ ਬਣਿਆ। ਹੁਣ ਇੱਥੇ ਯੈਨੋਸਕਾਈ ਜਿਹੜਾ ਐਟੋਲ, ਯੈਨੋਸਕਾਈ ਐਟੋਲ ਇਨ 1965 ਉਹਨਾਂ ਨੇ ਈ ਕੋਲਾਈ ਤੇ ਐਕਸਪੈਰੀਮੈਂਟ ਕੀਤਾ, ਤੇ ਉਹਨਾਂ ਨੇ ਦੇਖਿਆ ਵੀ ਜਿਹੜਾ ਟ੍ਰਿਪਟੋਫਨ ਹੈ, ट्रिप्टोफन सिंथेटेज एंजाइम है, ट्रिप्टोफन सिंथेटेज, इट हैज टू चेन्स, पॉलीपेप्टाइड चेन्स, दो पॉलीपेप्टाइड चेना का बनया हुआ है। ਤਾਂ ਹੁਣ ਇਹ ਜੇ ਉਹਦੇ ਵਿੱਚੋਂ ਇਹ ਦੋ ਪੋਲੀਪੈਪਟਾਈਡ ਚੇਨਸ ਜਿਹੜੀਆਂ ਹੈਗੀਆਂ ਨੇ, ਟੂ ਡਿਫਰੈਂਟ ਜੀਨਸ ਜਿਹੜੇ ਹੈਗੇ ਨੇ ਉਹ ਕੰਟਰੋਲ ਕਰਦੇ ਨੇ, ਉਹਨਾਂ ਤੋਂ ਕਾਪੀ ਹੁੰਦਾ। ਹੁਣ ਇਹ ਦੋਨਾਂ ਚੋਂ ਜੇ ਇੱਕ ਦੇ ਵਿੱਚ ਵੀ ਕੋਈ ਮਿਊਟੇਸ਼ਨ ਆ ਗਈ ਜਾਂ ਕੋਈ ਡਿਸਆਰਡਰ ਆ ਗਿਆ, ਉਹ ਸਹੀ ਕੰਮ ਨਹੀਂ ਕਰਦਾ, ਫਿਰ ਉਹਦੇ ਨਾਲ ਕੀ ਹੋਊਗਾ? ਜਿਹੜਾ ਇੰਡੋਲ 3 ਗਲਿਸਰੋਲ ਫਾਸਫੇਟ ਤੇ ਸਿਰਾਈਨ ਤੋਂ ਇਹ ਬਣਦਾ ਸੀਗਾ ਟ੍ਰਿਪਟੋਫਨ, ਉਹ ਬਣਨੋਂ ਹਟ ਗਿਆ। ਇਹਦਾ ਮਤਲਬ ਦੋਨੇ ਜਿਹੜੇ ਹੈਗੇ ਨੇ ਪੋਲੀਪੈਪਟਾਈਡ ਚੇਨਸ ਸਹੀ ਹੋਣੀਆਂ ਚਾਹੀਦੀਆਂ ਨੇ ਟ੍ਰਿਪਟੋਫਨ ਬਣਨ ਵਾਸਤੇ,
जे एक गड्ढा है, देखो गड्ढे दे दो पहिए ने, दोने पहिए जे सही होणगे तां गड्ढा तुरूगा। जे एक भी पहिया गड्ढे दा खराब है तां गड्ढा नहीं चलूगा। सो इसे तरह ही है ट्रिप्टोफन सिंथेटेस एंजाइम है जिहड़ा वो दो चेनां दा बनिया होया, दो चेनां दो वखरे जीन्स जिहड़े हैगे ने बनाउंदियां ने, जीन्स तो बन के आया। सो जे एक भी जीन सही काम नहीं करता तो ट्रिप्टोफन सिंथेटेज है जिहड़ा ਉਹਦੀ मैन्युफैक्चरिंग नहीं होंदी। की तो बनता वो इंडो 3 ग्लिसरॉल फॉस्फेट ते सिराइन। एंड लाइकवाइज हीमोग्लोबिन की एग्जाम्पल ले लीए असीं, बिल्कुल उवें ही हीमोग्लोबिन बारे तुसीं पढ़िया भी होना। 4 चेन्स होंदियां नेगियां हीमोग्लोबिन दी, पॉलीपेप्टाइड चेन्स 4 दा बनिया हुंदा। सो 2 अल्फा होंदियां ने, 2 बीटा, 2 एक तरह दियां ने, 2 एक तरह दियां। हुण जिहड़ियां 2 एक तरह दियां ने वो एक जीन कंट्रोल करदा, जिहड़ियां 2 एक तरह दियां बणियां ने वो दूसरा जीन जिहड़ा हैगा वो कंट्रोल करदा। सो इत्थे 2 जीन्स जिहड़े हैगे ने वो 2 तरह दियां पॉलीपेप्टाइड 4 चेन्स जिहड़ियां ने हीमोग्लोबिन दियां बनाउंदे ने, जिहदे नाल हीमोग्लोबिन दा एक मॉलीक्यूल है जिहड़ा वो बनदा। सो ये सेम उवें ही हैगा, जे दोने जीन्स दे विचों एक डिफेक्टिव हैगा तां हीमोग्लोबिन है जिहड़ा वो नहीं बनदा। नैक्सट असीं देखते हैं जीन। जीन की डेफिनेशन की है बच्चे? तां हुण इत्थे जिहड़ी जीन की डेफिनेशन है, दैट इज यूनिट ऑफ इनहेरिटेंस विच कैन कंट्रोल ए पर्टिकुलर करैक्टर। यूनिट ऑफ इनहेरिटेंस अनुवंशिकी पीढ़ी की एक इकाई हैगी है जिहड़ा कि एक खास गुण नूं कंट्रोल करती है। तुहाडे पेरेंट्स तो गुण तुहाडे अंदर आए ने, तुहाडी अख दा कलर, तुहाडे वालां दा कलर, वो घुंघराले ने, सिद्धे ने। सो जिस तरह के भी तुसीं हैगे हो वो सारे गुण ने जिहड़े एक एक छोटे तो छोटा गुण भी जीन्स कंट्रोल करते हैं। सो ये यूनिट ऑफ इनहेरिटेंस इनू मन्निया गया भी एक इकाई पूरी की पूरी जिहड़ी हैगी है वो कंट्रोल कर सकती। ਜਾਂ फिर उन्होंने कह लो भी सैगमेंट ऑफ DNA विच कैन बी सैपरेटेड बाय क्रॉसिंग ओवर। जदों क्रॉसिंग ओवर होंदी है, मियोसिस होंदी है, DNA का सैगमेंट ऐ नहीं हैगा भी जिथों मर्जी टुट गया, नहीं। एक पूरा सैगमेंट है, जीन है जिन्हें किसी करैक्टर को कंट्रोल करना, वो विचाले नहीं टुटदा। ਉਹਦੇ ਸਾਈਡ ਤੋਂ ਜਾ ਕੇ ਜਾਂ ਤਾਂ ਉਹ ਇੱਕ ਇਧਰਲੇ ਪਾਸੇ ਚਲੇ ਜਾਓ ਟੁੱਟ ਕੇ, ਜਾਂ ਉਧਰ ਚਲੇ ਜਾਓ। ਸੋ ਸੈਗਮੈਂਟ ਹੈ ਜਿਹੜਾ ਪੂਰੇ ਦਾ ਪੂਰਾ क्रॉसिंग ओवर ਵੇਲੇ ट्रांसफर ਹੁੰਦਾ ਹੈਗਾ। सो इट कैन बी सैपरेटेड बाय क्रॉसिंग ओवर एंड इज देयरफॉर यूनिट ऑफ रीकंबिनेशन। और ਜਿਹੜਾ ਹੈਗਾ ਜਾ ਕੇ ਦੂਸਰੇ ਦੇ ਨਾਲ ਮਿਲ ਸਕਦਾ ਹੈ। ਤੁਸੀਂ ਜੈਨੇਟਿਕਸ ਦੇ ਵਿੱਚ ਪੜ੍ਹ ਲਿਆ, ਇੱਕ ਜੀਨ ਦੇ 2 ਅਲੀਲ ਹੁੰਦੇ ਨੇ, ਇੱਕ ਟॉल ਹੈ, ਇੱਕ ਡਵਾਰਫ ਹੈ, ठीक है। तो अपने दे नालों टुट गया, टुट के दूसरे दे नाल किहो जे दे नाल जाके रलना, उन्हें रीकंबाइन होना है दोबारे। तो उन्हें किहो जे गुण किहड़े विच जाने ने, सो किहड़ा फ्रेंड बनाउणा उन्हें अगला नैक्सट, पिछले आड़े नाल ही जोटी पाउणी है जां एक नवां दोस्त बनाउणा। सो ये उहदे ते डिपेंड करदा। इट इज़ द शॉर्टेस्ट पार्ट ऑफ क्रोमोसोम, ये भी कह सकते हैं भी छोटे तो छोटा हिस्सा भी हो सकता है क्रोमोसोम का विच कैन अंडरगो म्यूटेशन। वो कहते भी क्रोमोसोम का वो छोटे तो छोटा हिस्सा, असी कहने भी इतने जीन डिफेक्ट हो गया, जीन ए दे विच डिफेक्ट हो गया, जीन बी दे विच, जीन सी दे विच कोई ना कोई डिफेक्ट आएगा भी छोटे तो छोटा हिस्सा है विच कैन म्यूटेट, जिहदे विच चेंज आ सकती है, वो अगे तो सही काम करे ना करे। पर इत्थे ऑब्जेक्शन की है? इत्थे ऑब्जेक्शन हैगा बई ते न्यूक्लियोटाइड जिहड़ा एक सिंगल न्यूक्लियोटाइड है ਉਹਦੇ ਵਿੱਚ भी म्यूटेशनस आ सकती हैं। ये जरूरी नहीं भी पूरे जीन जिहड़ा हैगा सारे का सारा जीन ही खराब हो जाए, नहीं। सिंगल जिहड़ा न्यूक्लियोटाइड हैगा दैट कैन म्यूटेट द होल सैगमेंट। सो इत्थे ये जिहड़ा हैगा सिस्टोन, ਇਹਦੇ ਚੋਂ ਅਸੀਂ जीन तो सिस्ट्रॉन किवें फर्क, जीन दे तां असीं पढ़ लिया डेफिनेशनस की नेगियां। वो कहते एक छोटे तो छोटा सैगमेंट हो सकता जिहदे च क्रॉसिंग ओवर हो सकती है, एक छोटे तो छोटा सैगमेंट हो सकता
ਜਿਹੜਾ ਕਿ ਕਰੈਕਟਰਸ ਨੂੰ ਕੰਟਰੋਲ ਕਰਦਾ ਹੈ, ਇਨਹੈਰਿਟ ਹੋ ਸਕਦਾ ਹੈ, ਅਗਲੀ ਪੀੜ੍ਹੀ ਦੇ ਵਿੱਚ ਜਾ ਸਕਦਾ ਹੈ, ਜਾਂ ਫਿਰ ਜਿਹਦੇ 'ਚ ਮਿਊਟੇਸ਼ਨਸ ਹੋ ਸਕਦੀਆਂ। ਸੋ ਮਿਊਟੇਸ਼ਨਸ ਵਾਲੇ ਦੇ ਉੱਤੇ ਤਾਂ ਪਹਿਲਾਂ ਹੀ ਆਬਜੈਕਸ਼ਨ ਲੱਗ ਗਿਆ ਵੀ ਇੱਕ ਨਿਊਕਲੀਓਟਾਈਡ ਹੈ ਜਿਹੜਾ, ਉਹਦੇ ਵਿੱਚ ਵੀ ਚੇਂਜ ਆ ਸਕਦੀ ਹੈ। ਪਿਨ ਪੁਆਇੰਟ ਸਿਸਟਰੋਨ ਕੀ ਹੈ? It is a segment of DNA that codes for one polypeptide chain। ਜਾਂ ਫਿਰ tRNA ਵਾਸਤੇ ਕੋਡ ਕਰੇ ਜਾਂ rRNA ਵਾਸਤੇ, or molecules performing any other function during transcription, translation or controlling any other cistron। appearance system ਦੇ ਵਿੱਚ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਜੇ ਸਮਝੀਏ, segment of DNA that is the same। DNA ਦਾ ਇੱਕ ਟੋਟਾ ਹੈ, ਇੱਕ ਹਿੱਸਾ ਹੈਗਾ that codes for one polypeptide। coded information, ਸੂਚਨਾ ਵੱਜੀ ਪਈ ਆ ਉਹਦੇ ਅੰਦਰ ਕੋਡਸ ਦੇ ਰੂਪ ਦੇ ਵਿੱਚ, ਸੰਕੇਤਾਂ ਦੇ ਰੂਪ ਦੇ ਵਿੱਚ। ਉਹ ਸੰਕੇਤ ਨੇ ਜਿਹੜੇ ਨਿਊਕਲੀਓਟਾਈਡਸ ਦੇ ਸੀਕੁਐਂਸਸ ਹੈਗੇ ਨੇ, ਉਹ ਕੋਡਸ ਡਿਨੋਟ ਕਰਦੇ ਨੇ RNA ਵਾਸਤੇ। ਮੈਸੇਂਜਰ RNA ਹੈ ਜਿਹੜਾ, ਉਹਨਾਂ ਨੂੰ ਪੜ੍ਹਦਾ ਤੇ ਉਹਦੀ ਕਾਪੀ ਕਰਕੇ ਲੈ ਜਾਂਦਾ। ਉਹਦੇ ਆਪਾਂ ਨੈਕਸਟ ਟ੍ਰਾਂਸਕ੍ਰਿਪਸ਼ਨ ਕਰਾਂਗੇ ਤੇ ਉਹੀ ਮੈਸੇਂਜਰ RNA ਨੂੰ ਫਿਰ ਦੇਖ ਕੇ ਅਮੀਨੋ ਐਸਿਡਸ ਜਿਹੜੇ ਹੈਗੇ ਨੇ ਉਹਦੇ ਉੱਤੇ ਆ ਕੇ ਚਿਪਕ ਜਾਂਦੇ ਨੇ। ਤੇ ਜਿਵੇਂ ਦੀ ਚੇਨ ਮੈਸੇਂਜਰ RNA ਦੀ ਹੈਗੀ ਹੈ, ਜਿਹੜੀ ਇਨਫੋਰਮੇਸ਼ਨ ਉਹਦੇ 'ਚ ਬੰਨੀ ਹੋਈ ਹੈ, ਉਹੀ ਇਨਫੋਰਮੇਸ਼ਨ ਦੇ ਹਿਸਾਬ ਨਾਲ, ਉਸੇ ਸੀਕੁਐਂਸ ਦੇ ਹਿਸਾਬ ਦੇ ਨਾਲ ਜਿਹੜੇ ਅਮੀਨੋ ਐਸਿਡਸ ਹੈਗੇ ਨੇ ਪ੍ਰੋਟੀਨਸ ਦੇ, 20 ਅਮੀਨੋ ਐਸਿਡਸ ਹੈਗੇ ਨੇ ਵੱਖੋ ਵੱਖਰੇ, ਤਾਂ ਉਹ ਕਿਸੇ ਖਾਸ ਸੀਕੁਐਂਸ ਦੇ ਵਿੱਚ ਲੱਗ ਜਾਂਦੇ ਨੇ। ਇੱਕ ਖਾਸ ਪ੍ਰੋਟੀਨ ਜਾਂ ਪੋਲੀਪੈਪਟਾਈਡ ਚੇਨ ਕਹਿ ਲਈ ਅਸੀਂ, ਪੋਲੀਪੈਪਟਾਈਡ ਚੇਨ ਨੂੰ ਬਣਾਉਣ ਵਾਸਤੇ। ਤਾਂ ਹੁਣ ਇੱਥੇ ਉਹ ਕਹਿੰਦੇ ਨੇ ਵੀ ਇੱਕ ਜਿਹੜੀ ਪੋਲੀਪੈਪਟਾਈਡ ਚੇਨ ਹੈ, ਇਕੱਲੀ ਉਹਨੂੰ ਨਾ ਅਸੀਂ ਲੈ ਲਈਏ, ਇਹਦੇ ਨਾਲ ਹੋਰ ਵੀ ਜਿਹੜੇ ਹੈਗੇ ਨੇ ਨਿਊਕਲੀਓਟਾਈਡ ਜਾਂ ਹੋਰ ਵੀ ਕਈ ਜਿਹੜੇ ਹੈਗੇ ਨੇ ਜੀਨਸ ਕੰਮ ਕਰਦੇ ਨੇ। ਤਾਂ ਉਹਦੇ ਬਾਰੇ ਵੀ ਅਸੀਂ ਜਿਹੜਾ ਹੈਗਾ ਪੇਰੈਂਟ ਸਿਸਟਮ ਦੇ ਵਿੱਚ ਦੇਖਾਂਗੇ, ਜੀਨ ਐਕਸਪ੍ਰੈਸ਼ਨ ਦੇ ਵਿੱਚ ਵੀ ਜੀਨ ਕੰਮ ਕਿਵੇਂ ਕਰਦੇ ਨੇ। ਕੱਲਾ ਇੱਕ ਜੀਨ ਹੈ ਜਿਹੜਾ, ਉਹ ਪੋਲੀਪੈਪਟਾਈਡ ਚੇਨ ਕਈ ਵਾਰੀ ਨਹੀਂ ਬਣਾ ਸਕਦਾ, ਕਈ ਵਾਰੀ ਕਈ ਜੀਨਸ ਮਿਲ ਕੇ ਬਣਾਉਂਦੇ ਨੇ, ਜਾਂ ਕਈ ਵਾਰੀ ਹੋਰ ਵੀ ਮੋਲੀਕਿਊਲਸ ਨੇ ਬਹੁਤ ਜਿਹੜੇ ਕਿ ਉਹਨਾਂ ਨੂੰ ਹੈਲਪ ਕਰਦੇ ਨੇ। ਕੋਈ ਵੀ ਕੰਮ ਜਿਹੜਾ ਹੈਗਾ ਇਕੱਲਿਆਂ ਨਹੀਂ ਹੁੰਦਾ। ਸੋ ਉਹ ਕਹਿੰਦੇ ਨੇ ਵੀ ਸਾਰੇ, ਚਾਹੇ ਉਹਦੇ 'ਚ ਕੋਈ tRNA ਲੱਗਿਆ, ਚਾਹੇ ਮੈਸੇਂਜਰ RNA ਲੱਗਿਆ, ਚਾਹੇ ਰਾਈਬੋਸੋਮਲ RNA ਲੱਗਿਆ, ਚਾਹੇ ਕੋਈ ਹੋਰ ਮੋਲੀਕਿਊਲਸ ਹੈਗੇ ਨੇ ਜਿਹੜੇ ਉਹਨਾਂ ਦੀ ਹੈਲਪ ਕਰ ਰਹੇ ਨੇ ਕੋਈ ਵੀ ਪੋਲੀਪੈਪਟਾਈਡ ਚੇਨ ਬਣਾਉਣ ਵਾਸਤੇ, ਜਾਂ ਫਿਰ ਕੋਈ ਇੱਕ ਸਿਸਟੋਨ ਨੂੰ ਕੰਟਰੋਲ ਕਰਦਾ। ਅਪੇਰੈਂਸ ਸਿਸਟਮ ਦੇ ਵਿੱਚ ਇੱਕ ਜਿਹੜਾ ਸੈਗਮੈਂਟ ਹੈਗਾ, ਇੱਕ ਦੂਸਰੇ ਸੈਗਮੈਂਟ ਦੇ ਕੰਮ ਨੂੰ ਕੰਟਰੋਲ ਕਰਦਾ। ਸੋ ਉਹਨੂੰ ਆਪਾਂ ਸਿਸਟਰੋਨ ਕਹਿੰਦੇ ਹਾਂ, ਦੈਟ ਇਜ਼ ਦ ਸਿਸਟਰੋਨ। ਉਹ ਮਤਲਬ ਗੱਲ ਨਿਬੇੜੋ ਕਿ ਵੀ ਇੱਕ ਕੰਮ ਨੂੰ ਸਿਰੇ ਲਾਉਣਾ ਹੈ, ਉਹ ਕੰਮ ਨੂੰ ਜੇ ਸਿਰੇ ਇੱਕ ਜਣਾ ਲਾਉਂਦਾ ਤਾਂ ਵੀ ਠੀਕ ਹੈ, ਜੇ ਇੱਕ ਤੋਂ ਜ਼ਿਆਦਾ ਜਾਣੇ ਲੱਗੇ ਹੋਏ ਨੇ ਫਿਰ ਉਹ ਸਾਰੇ ਜਾਣੇ ਉਹਦੇ 'ਚ ਇਨਕਲੂਡਡ ਹੋ ਜਾਣਗੇ। ਪਰ ਜਦੋਂ ਕਿ ਜੀਨ ਨੂੰ ਉਹਨਾਂ ਨੇ ਕੀ ਕਹਿੰਦਾ, ਜੀਨ ਨੂੰ ਇੱਕ ਇਕੱਲਾ ਸੈਗਮੈਂਟ ਕਹਿੰਦਾ ਜਿਹਦੀ ਟ੍ਰਾਂਸਕ੍ਰਿਪਸ਼ਨ ਹੁੰਦੀ ਹੈ, ਬਸ ਇੰਨਾ ਹੀ ਫਰਕ ਹੈਗਾ। ਜੀਨ ਦੇ ਵਿੱਚ ਓਨਲੀ ਜਿਹਨੂੰ ਕਾਪੀ ਕੀਤਾ ਜਾਂਦਾ ਉਹਨੂੰ ਕਿਹਾ ਉਹਨਾਂ ਨੇ, ਪਰ ਸਿਸਟਰੋਨ ਦੇ ਵਿੱਚ ਜਿਹੜੇ ਅਸਿਸਟ ਕਰਦੇ ਨੇ, ਜਿਹੜੇ ਹੈਲਪ ਕਰਦੇ ਨੇ ਨਾਲ ਸਾਰੇ ਕੰਮ ਕਰਾਉਣ ਵਾਸਤੇ ਵੀ, ਉਹ ਵੀ ਚਾਹੀਦੇ ਨੇ। ਜੇ ਉਹ ਨਾ ਹੋਏ ਫਿਰ ਕਾਪੀ ਵੀ ਕਿੱਥੋਂ ਹੋਊਗੀ। ਸੋ ਇਸ ਕਰਕੇ ਸਿਸਟਰੋਨ ਤੇ ਜੀਨ ਦੇ ਵਿੱਚ ਇਹ ਫਰਕ ਹੈ ਵੀ ਟ੍ਰਾਂਸਕ੍ਰਿਪਸ਼ਨ ਤੇ ਟ੍ਰਾਂਸਲੇਸ਼ਨ ਜਾਂ ਪੇਰੈਂਟ ਸਿਸਟਮ ਦੇ ਵਿੱਚ ਉਹਨੂੰ ਕੰਟਰੋਲ ਕਰਨ ਵਾਸਤੇ ਜੋ ਵੀ ਉਹਦੇ ਨਾਲ ਲੱਗੇ ਹੋਏ ਨੇ, ਜੁਟੇ ਹੋਏ ਨੇ, ਉਹ ਸਾਰਿਆਂ ਨੂੰ ਅਸੀਂ DNA ਦੇ ਸੈਗਮੈਂਟਸ ਹੀ ਹੈਗੇ ਨੇ ਵੱਖੋ ਵੱਖਰੇ, ਉਹ ਸਾਰੇ ਹੀ ਕਾਪੀ ਕਰਦੇ ਹੈਗੇ ਨੇ, ਸਾਰੇ ਇੱਕ ਤੋਂ ਜ਼ਿਆਦਾ ਮੈਸੇਂਜਰ RNA ਕਈ ਵਾਰੀ ਕੰਮ ਕਰਦੇ ਨੇ। ਸੋ ਦੈਟ ਇਜ਼ ਨੋਨ ਐਜ਼ ਸਿਸਟਰੋਨ। ਮੈਨੂੰ ਲੱਗਦਾ ਵੀ ਤੁਹਾਨੂੰ ਸਮਝ ਆ ਗਈ ਹੋਣੀ ਹੈ ਬੇਟਾ। ਤਾਂ ਆਪਾਂ ਦੁਬਾਰਾ ਦੇਖ ਲੈਂਦੇ ਹਾਂ ਮਾੜਾ ਜਿਹਾ। ਵਨ ਜੀਨ ਵਨ ਐਨਜ਼ਾਈਮ ਹਾਈਪੋਥੇਸਿਸ। ਤਾਂ ਇਹ ਸੁਝਾਅ ਦਿੱਤਾ ਗਿਆ ਹੈ ਵੀ ਇੱਕ ਜੀਨ ਜਿਹੜਾ ਇੱਕ ਐਨਜ਼ਾਈਮ ਹੈ, ਉਹਨੂੰ ਇੱਕ ਜੀਨ ਹੈ ਜਿਹੜਾ ਉਹ ਕੰਟਰੋਲ ਕਰਦਾ। ਇਹ ਕੀਤਾ ਕਿ ਨੇ ਬੀਟਲ ਐਂਡ ਟੈਟਮ ਨੇ ਸਿੱਧ ਕਰਕੇ ਦਿਖਾਇਆ। ਨਿਊਰੋਸਪੋਰਾ ਫੰਗਸ ਹੈਗੀ ਹੈ ਕਰਾਸਾ, ਉਹਦੇ ਵਿੱਚ ਦੀ ਐਕਸਰੇਜ਼ ਲੰਘਾਈਆਂ, ਮਿਊਟੇਸ਼ਨਸ ਹੋ ਗਈਆਂ ਨਿਊਟ੍ਰੀਸ਼ਨਲ, ਤਾਂ ਉਹਨਾਂ ਦੇ ਵਿੱਚ ਆਕਸੋਟ੍ਰਾਪਸ ਬਣ ਗਏ ਵੱਖੋ ਵੱਖਰੇ। ਹੁਣ ਆਕਸੋਟ੍ਰਾਪਸ ਜਿਹੜੇ ਹੈਗੇ ਨੇ, ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ, ਕਿਸੇ ਨੂੰ ਕਹੇਗਾ ਕਿ ਜਿਹੜੀ ਨਿਊਟ੍ਰੀਸ਼ਨ ਦੀ ਇਹਨਾਂ ਦੀ ਮੈਟਾਬੋਲਿਕ ਐਕਟੀਵਿਟੀ ਹੈ ਉਹ 3 ਸਟੈਪਸ ਦੇ ਵਿੱਚ ਪੂਰੀ ਹੁੰਦੀ ਹੈ।
ਉਹਦੇ 'ਚ ਅਮੋਨੀਆ ਜਿਹੜੇ ਬੇਸਿਕ ਨਿਊਟ੍ਰੀਐਂਟਸ ਹੈਗੇ ਨੇ ਉਹਦੇ 'ਚ ਅਮੋਨੀਆ, ਸ਼ੂਗਰ ਹੈ, ਸਾਲਟਸ ਨੇ ਤੇ ਬਾਇਓਟਿਨ, ਇਹਨਾਂ ਨੂੰ ਪ੍ਰੀਕਰਸਰ ਵੀ ਕਹਿ ਦਿੰਦੇ ਆ, ਜਿਹੜੇ ਆਲੇ ਦੁਆਲੇ 'ਚੋਂ ਮਿਲਦੇ ਨੇ ਸਾਨੂੰ। ਇਹਨਾਂ ਨੂੰ ਚੱਕ ਕੇ ਫਿਰ ਐਂਜ਼ਾਈਮ ਏ ਨੇ ਇਹਨਾਂ ਨੂੰ ਜੋੜ ਕੇ ਆਰਨਿਥਿਨ ਬਣਾ ਲਿਆ। ਆਰਨਿਥਿਨ ਜਿਹੜਾ ਹੈਗਾ ਇਹ ਨੈਕਸਟ ਸਟੈਪ ਦੇ ਵਿੱਚ ਐਂਜ਼ਾਈਮ ਬੀ, ਜੀਨ ਬੀ, ਐਂਜ਼ਾਈਮ ਬੀ ਬਣਾਉਂਦਾ ਤਾਂ ਉਹ ਸਿਟਰੁਲਿਨ ਬਣਾਊਗਾ। ਤੇ ਤੀਸਰੇ ਸਟੈਪ ਦੇ ਵਿੱਚ ਜੀਨ ਸੀ ਆ ਗਿਆ, ਉਹਨੇ ਜੀਨ ਐਂਜ਼ਾਈਮ ਸੀ ਛੱਡਣਾ ਤਾਂ ਉਹਨੇ ਆਰਜੀਨਾਈਨ ਬਣਾਉਣਾ ਹੈ। ਫਿਰ ਨਿਊਰੋਸਪੋਰਾ ਜਿਹੜਾ ਹੈਗਾ ਉਹਦੀ ਜ਼ਿੰਦਗੀ ਹੈ ਜਿਹੜੀ ਸਹੀ ਚੱਲਦੀ ਹੈ ਤੇ ਉਹ ਜਿਉਂਦਾ ਰਹਿੰਦਾ। ਤਾਂ ਇਹਨਾਂ ਨੇ ਆ ਵੱਖੋ ਵੱਖਰੇ ਐਕਸਪੈਰੀਮੈਂਟਸ 4 ਅਲੱਗ-ਅਲੱਗ ਕਰ ਲਏ, ਅਲੱਗ-ਅਲੱਗ ਮੀਡੀਅਮ ਦੇ ਵਿੱਚ ਅਲੱਗ-ਅਲੱਗ ਜਿਹੜੇ ਅਮੀਨੋ ਐਸਿਡ ਨੇ ਉਹ ਪ੍ਰੋਵਾਈਡ ਕੀਤੇ ਤਾਂ ਜਿਹਦੇ ਨਾਲ ਇਹ ਸਾਰੇ ਸਹੀ ਹੋ ਗਏ। ਜੇ ਨਹੀਂ ਦਿੰਦੇ ਤਾਂ ਉਹ ਮਰ ਜਾਂਦੇ, ਜੇ ਅਲੱਗ-ਅਲੱਗ ਇਹ ਪਾ ਦਿੰਦੇ ਨੇ ਵੱਖੋ ਵੱਖਰੇ ਸਟੈਪ ਦੇ ਉੱਤੇ ਤਾਂ ਫਿਰ ਜਿਹੜੇ ਜਿਉਂਦੇ ਰਹਿੰਦੇ। ਹੁਣ ਜੇ ਮੰਨ ਲਓ ਆਰਜੀਨਾਈਨ ਨਹੀਂ ਹੈਗਾ, ਇਹਦੇ ਕੋਲ ਆਰਨਿਥਿਨ ਪਿਆ, ਸਿਟਰੁਲਿਨ ਪਿਆ, ਆਰਜੀਨਾਈਨ ਨਹੀਂ ਹੈਗਾ, ਫਿਰ ਉਹਨੂੰ ਆਰਜੀਨਾਈਨ ਦੇਣਾ ਪੈਂਦਾ ਆਰਟੀਫਿਸ਼ੀਅਲੀ ਢੰਗ ਦੇ। ਸੋ ਇਹਦੇ ਵਾਸਤੇ ਦੇਖੋ ਆਪਾਂ ਨੇ ਦੇਖਿਆ ਇਹਦੇ ਵਿੱਚ ਡਿਫੈਕਟਸ ਵੀ ਹੈਗੇ ਨੇ, ਕੁਝ ਡਿਫੈਕਟਸ ਨੇ। ਆਲ ਜੀਨਸ ਡੂ ਨਾਟ ਪ੍ਰੋਡਿਊਸ ਐਂਜ਼ਾਈਮ, ਸਾਰੇ ਨਹੀਂ ਕਰਦੇ। ਐਂਜ਼ਾਈਮਸ ਦੇ ਆਰ ਪ੍ਰੋਟੀਨਸ, ਨਾਟ ਵਾਈਸ ਵਰਸਾ। ਐਂਜ਼ਾਈਮਸ ਜਿਹੜੇ ਹੈਗੇ ਨੇ ਉਹ ਪ੍ਰੋਟੀਨਸ ਨੇ ਪਰ ਉਲਟਾ ਨਹੀਂ, ਸਾਰੇ ਪ੍ਰੋਟੀਨ ਐਂਜ਼ਾਈਮ ਨਹੀਂ। ਕੁਝ ਆਰਐਨਏਜ਼ ਵੀ ਐਂਜ਼ਾਈਮ ਦੇ ਰੂਪ ਦੇ ਵਿੱਚ ਕੰਮ ਕਰਦੇ ਨੇ। ਐਂਜ਼ਾਈਮ ਕੰਸਿਸਟ ਮੋਰ ਦੈਨ ਵਨ ਪੋਲੀਪੈਪਟਾਈਡ। ਇਹਦਾ ਯੈਨੋ ਸਕਾਈ ਐਟਾਲ ਜਿਹੜੇ ਹੈਗੇ ਨੇ ਇਹਨਾਂ ਨੇ ਸਿੱਧ ਕੀਤਾ ਹੈ ਟ੍ਰਿਪਟੋਫਨ ਸਿੰਥੇਟੇਜ਼ ਈ ਕੋਲਾਈ ਦੇ ਵਿੱਚ ਇੱਕ ਐਂਜ਼ਾਈਮ ਹੈਗਾ ਤਾਂ ਇੰਡੋਲ 3 ਗਲਿਸਰੋਲ ਫਾਸਫੇਟ ਪਲਸ ਸਿਟਾਈਨ ਤੋਂ ਬਣਦਾ। ਇਹ 2 ਪੋਲੀਪੈਪਟਾਈਡ ਚੇਨਸ ਹੈਗੀਆਂ ਨੇ ਤਾਂ ਇਹ 2 ਪੋਲੀਪੈਪਟਾਈਡ ਚੇਨ 2 ਅਲੱਗ-ਅਲੱਗ ਜੀਨਸ ਨੇ ਜਿਹੜੇ ਉਹ ਕੰਟਰੋਲ ਕਰਦੇ ਨੇ। ਜੇ ਹੁਣ ਉਹਨਾਂ ਚੋਂ ਇੱਕ ਵੀ ਜੀਨ ਡਿਫੈਕਟਡ ਹੈਗਾ ਤਾਂ ਇਹ ਟ੍ਰਿਪਟੋਫਨ ਸਿੰਥੇਟੇਜ਼ ਨਹੀਂ ਬਣਦਾ, ਭਾਵੇਂ ਸਾਡੇ ਕੋਲੇ ਇੰਡੋ 3 ਗਲਿਸਰੋਲ ਫਾਸਫੇਟ ਤੇ ਸਿਰਾਈਨ ਪਿਆ। ਨੈਕਸਟ ਜਿਹੜੀ ਹੈਗੀ ਹੈ ਰਿਐਕਸ਼ਨ ਉਹ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਹੀਮੋਗਲੋਬਿਨ ਹੈ 4 ਚੇਨਸ ਦਾ ਬਣਿਆ, 2 ਇੱਕ ਤਰ੍ਹਾਂ ਦੀਆਂ ਨੇ, 2 ਇੱਕ ਤਰ੍ਹਾਂ ਦੀਆਂ। ਸੋ ਇਹਦੇ ਕਰਕੇ ਭਾਵੇਂ 4 ਪੋਲੀਪੈਪਟਾਈਡ ਚੇਨਸ ਹੈਗੇ ਨੇ ਬਟ ਦੇ ਆਰ ਕੰਟਰੋਲਡ ਬਾਈ 2 ਜੀਨਸ, 2 ਡਿਫਰੈਂਟ ਜੀਨਸ। ਇਹਨਾਂ ਦੇ ਵਿੱਚੋਂ ਕੋਈ ਵੀ ਜੇ ਇੱਕ ਕੰਮ ਨਹੀਂ ਕਰਦਾ ਤਾਂ ਇਹ ਡਿਫੈਕਟਿਵ ਹੈ। ਸੋ ਇਹਦੇ ਨਾਲ ਹੀ ਆਈ ਹੋਪ ਫॉर द ਬੈਸਟ ਬੱਚਿਓ। ਮੈਨੂੰ ਲੱਗਦਾ ਤੁਹਾਨੂੰ ਬਹੁਤ ਵਧੀਆ ਸਮਝ ਆਈ ਹੋਣੀ ਹੈ। ਤੇ ਇਸ ਤੋਂ ਨੈਕਸਟ ਕਿਉਂਕਿ ਟੌਪਿਕ ਬਹੁਤ ਲੰਬਾ ਹੈਗਾ ਸਾਡਾ, ਟ੍ਰਾਂਸਕ੍ਰਿਪਸ਼ਨ ਕਰਾਂਗੇ ਅਸੀਂ। ਆਰਐਨਏ ਬਣਦਾ ਡੀਐਨਏ ਤੋਂ ਤੇ ਉਹ ਕਾਫੀ ਡਿਟੇਲ ਦੇ ਵਿੱਚ ਹੈਗਾ। ਸੋ ਆਪਾਂ ਵੀ ਵਿਲ ਸੀ ਇਨ ਦ ਨੈਕਸਟ ਕਲਾਸ। ਓਕੇ, ਥੈਂਕ ਯੂ, ਬਾਏ।